ਸਿਰਫ ਆਪਣੇ ਬੱਚਿਆਂ ਲਈ ਨਹੀਂ ਆਇਆ, ਮੈਂ ਮਤਲਬ ਸ਼ਹਿਰ ਦੇ ਸਾਰੇ ਬੱਚਿਆਂ ਲਈ ਆਇਆ ਜਿਹੜੇ ਪੇਰੈਂਟਸ ਪ੍ਰੋਬਲਮ ਫੇਸ ਕਰ ਰਹੇ ਹੈਗੇ। ਪ੍ਰੋਬਲਮ ਇਹ ਹੈ ਕਿ ਸਕੂਲਾਂ ਦੁਆਰਾ ਸਿਰਫ ਹੋਮਵਰਕ ਭੇਜਿਆ ਜਾ ਰਿਹਾ, ਦੇ ਆਰ ਨਾਟ ਪ੍ਰੋਪਰਲੀ ਗਾਈਡਿੰਗ ਸਟੂਡੈਂਟਸ ਹਾਊ ਟੂ ਸੋਲਵ ਦ ਸਮਸ ਐਂਡ ਆਲ। ਕਈ ਸਕੂਲਾਂ ਦੇ ਵਿੱਚ ਤੇ ਟਿਊਸ਼ਨ ਫੀਸ ਤੋਂ ਵੀ ਜ਼ਿਆਦਾ ਫੀਸ ਲਈ ਜਾ ਰਹੀ ਹੈ ਔਰ ਇਹਦਾ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਇੰਪੈਕਟ ਹਜੇ ਆਉਣਾ ਹੈ ਜੀ, ਹਜੇ ਇਹ ਸਟਾਰਟ ਹੈ। ਜਿਹੜਾ ਬੱਚਾ ਪ੍ਰਾਈਵੇਟ ਸਕੂਲ 'ਚ ਮਾਂ-ਬਾਪ ਆਪਣਾ ਬੱਚਾ ਪੜ੍ਹਾ ਰਿਹਾ, ਉਹ ਇੰਨਾ ਅਵੇਅਰ ਹੈਗਾ ਆ ਕਿ ਉਹ ਸਿਲੇਬਸ ਲੈ ਕੇ ਆਪੋ ਵੀ ਬੱਚੇ ਨੂੰ ਪੜ੍ਹਾ ਸਕਦਾ। ਆਪਾਂ ਬੁੱਕਸ ਲੈਣ ਗਏ ਸੀਗੇ, ਉਹ ਇੱਕ ਸੈੱਟ ਬਣਾਇਆ ਹੋਇਆ ਪ੍ਰੋਪਰ, ਕਹਿੰਦੇ ਇਕੱਲੀਆਂ ਬੁੱਕਸ ਨਹੀਂ ਮਿਲਣੀਆਂ ਹੈਗੀਆਂ ਤੁਹਾਨੂੰ, ਨਾਲ ਤੁਹਾਨੂੰ ਇਹ ਪੂਰਾ ਜਿਹੜਾ ਕਾਪੀਆਂ ਦਾ ਸੈੱਟ ਵੀ ਲੈਣਾ ਪੈਣਾ। ਘਰਦਿਆਂ ਤੋਂ ਕੰਮ ਨਹੀਂ ਹੈਗੇ, ਫੀਸਾਂ ਵਾਲੇ ਸਕੂਲਾਂ ਵਾਲੇ ਤੁਹਾਨੂੰ ਫੀਸਾਂ ਤੋਂ ਪਰੇਸ਼ਾਨ ਕਰਦੇ ਆ, ਕਿਉਂਕਿ ਕਈ ਪੇਰੈਂਟਸ ਨਹੀਂ ਪੜ੍ਹੇ ਲਿਖੇ ਹੈਗੇ ਕਿ ਉਹ ਨਹੀਂ ਪੜ੍ਹਾ ਰਹੇ ਬੱਚਿਆਂ ਨੂੰ, ਪਰ ਉਹਨਾਂ ਨੂੰ ਵੀ ਫੀਸਾਂ ਦਾ ਜਾ ਰਿਹਾ, ਉਹ ਬਹੁਤ ਹੀ ਜ਼ਿਆਦਾ ਦੁਖੀ ਹੈ। ਨਮਸਕਾਰ, ਤੁਸੀਂ ਦੇਖ ਰਹੇ ਹੋ ਸੁੱਚੀ ਗੱਲ ਵੈਬ ਟੀਵੀ ਤੇ ਮੈਂ ਗੁਰਪ੍ਰੀਤ ਜਲੋਟਾ। ਇੱਕ ਪਾਸੇ ਕਰੋਨਾ ਦਾ ਡਰ, ਦੂਜੇ ਪਾਸੇ ਆਰਥਿਕ ਮੰਦਹਾਲੀ ਦਾ ਦੌਰ। ਹਾਲਾਤ ਐਸੇ ਕਿ ਸਾਡੇ ਸਮਾਜ ਦੇ ਇੱਕ ਬਹੁਤ ਵੱਡੇ ਵਰਗ ਦੀ ਦੌੜ ਸਿਰਫ 2 ਟਾਈਮ ਦੀ ਰੋਟੀ ਤੱਕ ਸਿਮਟ ਕੇ ਰਹਿ ਗਈ ਹੈ। ਅਜਿਹੇ ਹਾਲਾਤਾਂ ਵਿੱਚ ਜੇ ਤੁਹਾਡੇ ਮੋਬਾਈਲ ਤੇ ਇੱਕ ਮੈਸੇਜ ਆਵੇ ਕਿ ਤੁਸੀਂ ਆਪਣੇ ਬੱਚਿਆਂ ਦੀ 3 ਮਹੀਨੇ ਦੀ ਫੀਸ ਜਮ੍ਹਾਂ ਕਰਾਉਣੀ ਹੈ ਤੇ ਉਹ ਵੀ ਲਗਭਗ ਉਨੀ ਜਿੰਨੀ ਕਿ ਤੁਸੀਂ ਕਰਫਿਊ ਤੋਂ ਪਹਿਲਾਂ ਦਿੰਦੇ ਆ ਰਹੇ ਹੋ, ਤਾਂ ਤੁਹਾਡੇ ਹਾਲਾਤ ਕੀ ਹੋਣਗੇ ਉਹ ਤੁਸੀਂ ਆਪ ਸੋਚ ਲਓ। ਇਹ ਸਥਿਤੀ ਲਗਭਗ ਸਾਰੇ ਹੀ ਦੇਸ਼ ਵਿੱਚ ਬਣੀ ਹੋਈ ਹੈ, ਜਿਸ ਕਰਕੇ ਕਈ ਮੱਧਵਰਤੀ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ, ਜਿਸ ਦੇ ਚੱਲਦਿਆਂ ਪੂਰੇ ਦੇਸ਼ ਭਰ ਵਿੱਚ ਮਾਪਿਆਂ ਦੁਆਰਾ ਸਮੂਹਿਕ ਰੂਪ ਵਿੱਚ ਉਹਨਾਂ ਦੀ ਮੁਸ਼ਕਿਲ ਦਾ ਹੱਲ ਕਰਨ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਮਦਦ ਦੀਆਂ ਗੁਹਾਰਾਂ ਲਗਾਈਆਂ ਜਾ ਰਹੀਆਂ ਨੇ। ਇਸੇ ਲੜੀ ਵਿੱਚ ਬੀਤੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੁਆਰਾ ਇੱਕ ਮੰਗ ਪੱਤਰ ਮਾਣਯੋਗ ਐਸਡੀਐਮ ਦਸੂਹਾ ਸ਼੍ਰੀਮਤੀ ਜੋਤੀ ਬਾਲਾ ਮੱਟੂ ਜੀ ਨੂੰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਦੁਆਰਾ ਇਸ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਸਕੂਲਾਂ ਦੁਆਰਾ ਮੰਗੀਆਂ ਜਾ ਰਹੀਆਂ ਫੀਸਾਂ ਵਿੱਚ ਰਿਆਇਤ ਦੇਣ ਦੀ ਮੰਗ ਕੀਤੀ ਗਈ ਹੈ। ਸੁੱਚੀ ਗੱਲ ਵੈਬ ਟੀਵੀ ਦੇ ਨਾਲ ਦਸੂਹਾ ਤੋਂ ਗੁਰਪ੍ਰੀਤ ਜਲੋਟਾ ਦੀ ਖਾਸ ਰਿਪੋਰਟ। ਅਸੀਂ ਇਹ ਪ੍ਰਾਈਵੇਟ ਸਕੂਲਾਂ ਦੇ ਬਾਰੇ ਜਿਹੜੀਆਂ ਫੀਸਾਂ ਲਈਆਂ ਜਾ ਰਹੀਆਂ ਨੇ ਉਹਦੇ ਬਾਰੇ ਮੰਗ ਪੱਤਰ ਦੇਣ ਆਏ ਜੀ ਐਸਡੀਐਮ ਸਾਹਿਬ ਨੂੰ, ਕਿ ਉਹਨਾਂ ਨੂੰ ਉਹ ਦੇਖਣ ਇਸ ਮਸਲੇ ਦੇ ਵਿੱਚ ਕਿ ਜਿਹੜੀਆਂ ਨਜਾਇਜ਼ ਫੀਸਾਂ ਲਈਆਂ ਜਾ ਰਹੀਆਂ ਕਈ ਸਕੂਲਾਂ ਦੇ ਵਿੱਚ ਤੇ ਟਿਊਸ਼ਨ ਫੀਸ ਤੋਂ ਵੀ ਜ਼ਿਆਦਾ ਫੀਸ ਲਈ ਜਾ ਰਹੀ ਹੈ, ਔਰ ਜਿਨ੍ਹਾਂ ਦੀ ਟਿਊਸ਼ਨ ਫੀਸ ਲਈ ਜਾ ਰਹੀ ਹੈ ਉਹ ਟਿਊਸ਼ਨ ਫੀਸ ਵੀ ਕਈ ਸਕੂਲਾਂ ਦੀ ਕਾਫੀ ਜ਼ਿਆਦਾ ਆ, ਅਤੇ ਮਾਂ-ਬਾਪ ਦੇ ਹਾਲਾਤ ਇੱਦਾਂ ਦੇ ਨਹੀਂ ਹੈਗੇ। ਲੋਕਡਾਊਨ ਕਰਕੇ, ਕਰੋਨਾ ਕ੍ਰਾਈਸਿਸ ਕਰਕੇ ਲੋਕਾਂ ਦੀ ਆਮਦਨ ਕਾਫੀ ਘੱਟ ਚੁੱਕੀ ਹੈ ਔਰ ਇਹਦਾ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਇੰਪੈਕਟ ਹਜੇ ਆਉਣਾ ਹੈ ਜੀ, ਹਜੇ ਇਹ ਸਟਾਰਟ ਹੈ, ਕਿਉਂਕਿ 60 ਤੋਂ 70% ਲੋਕ ਵਿਹਲੇ ਹੋ ਚੁੱਕੇ ਨੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਪਹਿਲੇ ਤੋਂ ਹੀ ਜਿਹੜੇ ਗਰੀਬ ਲੋਕ ਨੇ ਜਾਂ ਮਜਬੂਰ ਲੋਕ ਨੇ ਉਹਨਾਂ ਦੇ ਉੱਤੇ ਫਿਰ ਇਹ ਸਕੂਲਾਂ ਦੀ ਫੀਸ ਦਾ ਨਜਾਇਜ਼ ਬੋਝ ਪਿਆ ਜਾਵੇ, ਕਿਉਂਕਿ ਹਜੇ ਕੋਈ ਚਾਂਸਸ ਨਹੀਂ ਹੈਗੇ ਸਕੂਲ ਕਦੋਂ ਖੁੱਲ੍ਹਣੇ ਕਦੋਂ ਨਹੀਂ ਖੁੱਲ੍ਹਣੇ। ਜੇ ਮੰਨ ਲਓ ਵੀ ਇਹ ਵਾਲਾ ਕੇਸ 6 ਮਹੀਨੇ ਜਾਂ ਸਾਲ ਤੱਕ ਜਾਂਦਾ ਹੈ ਅਤੇ ਕੀ ਸਾਲ ਤੱਕ ਪੇਰੈਂਟਸ ਇੱਦਾਂ ਹੀ ਨਜਾਇਜ਼ ਫੀਸਾਂ ਭਰਦੇ ਜਾਣ। ਔਰ ਕਈ ਪੇਰੈਂਟਸ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਕਿ ਆਪਣੇ ਬੱਚਿਆਂ ਨੂੰ ਸਿਰਫ ਫੋਟੋਆਂ ਦੇ ਆਧਾਰ 'ਤੇ ਜਾਂ ਸਿਰਫ ਇੱਕ ਵੀਡੀਓ ਕਲਾਸ ਦੇ ਆਧਾਰ 'ਤੇ ਬੱਚਿਆਂ ਨੂੰ ਪੜ੍ਹਾ ਸਕਣ। ਉਹਨਾਂ ਨੂੰ ਬਾਹਰ ਟਿਊਸ਼ਨ ਤੋਂ ਵੀ ਰੋਕਿਆ ਜਾ ਰਿਹਾ ਹੈ, ਬੱਚੇ ਆਪ ਕੁਝ ਸਮਝ ਨਹੀਂ ਪਾ ਰਹੇ ਅਤੇ ਉਸ ਦੇ ਬਾਵਜੂਦ ਵੀ ਫੀਸਾਂ ਪੂਰੀਆਂ ਦੇਣ, ਇਹ ਕਿੱਥੋਂ ਦਾ ਇਨਸਾਫ ਹੈ ਜੀ? ਤੁਸੀਂ ਕਿਹੜੇ ਸਕੂਲ ਦੇ ਬੱਚੇ ਪੜ੍ਹਦੇ ਆਪਣੇ ਬੱਚੇ ਦੇਖੋ ਜੀ, ਪੜ੍ਹਦੇ ਆ। ਸਾਡਾ ਕਿਸੇ ਸਪੈਸ਼ਲ ਸਕੂਲ ਦੇ ਖਿਲਾਫ ਇਹ ਵਾਲਾ ਕੋਈ ਐਪਲੀਕੇਸ਼ਨ ਨਹੀਂ ਹੈ। ਇਹ ਸਾਰੇ ਕੰਬਾਈਨ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ, ਚਾਹੇ ਪਿੰਡਾਂ ਦੇ ਵਿੱਚ ਨੇ, ਚਾਹੇ ਸ਼ਹਿਰ ਦੇ ਵਿੱਚ ਨੇ, ਚਾਹੇ ਸ਼ਹਿਰ ਦੇ ਮੇਨ ਸਕੂਲ ਨੇ, ਚਾਹੇ ਸ਼ਹਿਰ ਦੇ ਛੋਟੇ ਸਕੂਲ ਨੇ, ਚਾਹੇ ਪਿੰਡਾਂ ਦੇ ਵੱਡੇ ਸਕੂਲ ਨੇ, ਸਾਡਾ ਸਾਰਿਆਂ ਦੇ ਖਿਲਾਫ ਹੀ ਹੈ। ਕੀ ਮੰਗ ਕੀ ਕਰਦੇ ਹੁਣ ਅੱਗੇ? ਮੰਗ ਅਸੀਂ ਇਹ ਕਰਦੇ ਹਾਂ ਜੀ, ਜਿਹੜੀ ਦੇਖੋ ਸਕੂਲ ਜਿਹੜੇ ਹੈਗੇ ਆ ਜੀ, ਇੱਕ ਬਹੁਤ ਜ਼ਰੂਰੀ ਹੈ ਸਾਡੇ ਸਮਾਜ ਵਾਸਤੇ। ਅਸੀਂ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰੱਖ ਸਕਦੇ, ਪੜ੍ਹਾਈ ਜ਼ਰੂਰੀ ਹੈ, ਪਰ ਪੜ੍ਹਾਈ ਦੇ ਨਾਲ ਇੱਕ ਸੋਸ਼ਲ ਸਿਕਿਉਰਿਟੀ ਔਰ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਵੀ ਜ਼ਰੂਰੀ ਹੈ, ਜਿਹੜੀ ਕਿ ਮਾਂ-ਬਾਪ ਸਾਰਿਆਂ ਨੂੰ ਪ੍ਰੋਵਾਈਡ ਕਰਵਾਉਣੀ ਹੀ ਪੈਣੀ ਹੈ। ਸਰਕਾਰ ਦਾ ਵੀ ਕੋਈ ਮਤਲਬ ਕਿ ਯੋਗਦਾਨ ਬਣਦਾ ਹੈ ਜੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੂਰੀ ਕਿ ਨਾ ਸਕੂਲ ਬੰਦ ਹੋਣ। ਆਪਾਂ ਸਕੂਲ ਬੰਦ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗੇ ਵੀ ਹਾਂ ਵੀ ਸਕੂਲਾਂ ਨੂੰ ਬਿਲਕੁਲ ਹੀ ਕੁਛ ਨਾ ਮਿਲੇ ਅਤੇ ਸਕੂਲ ਘਾਟੇ ਦੇ ਵਿੱਚ ਚਲ ਜਾਣ ਅਤੇ ਸਕੂਲ ਬੰਦ ਹੋ ਜਾਣ। ਦੂਜੇ ਪਾਸੇ ਨਾ ਆਪਾਂ ਇਹ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਨਾ ਮਿਲੇ ਅਤੇ ਐਜੂਕੇਸ਼ਨ ਉਹਨਾਂ ਦੀ ਬੰਦ ਹੋ ਜਾਵੇ। ਆਪਾਂ ਇਹ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਐਜੂਕੇਸ਼ਨ ਵੀ ਪ੍ਰੋਪਰ ਮਿਲੇ ਜੀ, ਸਕੂਲਾਂ ਨੂੰ ਵੀ ਪੈਸੇ ਥੋੜ੍ਹੇ ਬਹੁਤੇ ਮਿਲਣ ਜਿਹਦੇ ਨਾਲ ਉਹ ਵੀ ਬੰਦ ਨਾ ਹੋਣ, ਉਹਨਾਂ ਦੇ ਵੀ
ਜਿਹੜੇ ਬੇਸਿਕ ਖਰਚੇ ਹੈਗੇ ਆ ਜਾਂ ਸਕੂਲ ਦੇ ਟੀਚਰਾਂ ਦੀਆਂ ਤਨਖਾਹਾਂ ਉਹ ਵੀ ਮਿਲਦੀਆਂ ਰਹਿਣ, ਪਰ ਜਿਹੜੇ ਨਜਾਇਜ਼ ਪ੍ਰੋਫਿਟ ਕਮਾਏ ਜਾ ਰਹੇ ਨੇ ਕਰੋੜਾਂ ਦੇ ਹਿਸਾਬ ਨਾਲ, ਇਹਨਾਂ ਦੀ ਤੁਸੀਂ ਕੈਲਕੂਲੇਸ਼ਨ ਕਰਕੇ ਦੇਖ ਲਓ। ਕਿਸੇ ਵੀ ਫਾਈਨੈਂਸ਼ੀਅਲ ਬੰਦੇ ਕੋਲੋਂ, ਕਿਸੇ ਕੋਲੋਂ ਵੀ, ਕਿਸੇ ਸੀਏ ਕੋ ਪੁੱਛ ਲਓ, ਕਿਸੇ ਅਕਾਊਂਟੈਂਟ ਕੋ ਪੁੱਛ ਲਓ ਕਿ ਕਰੋੜਾਂ ਦੇ ਹਿਸਾਬ ਦੇ ਨਾਲ ਪ੍ਰੋਫਿਟ ਹੋ ਰਿਹਾ ਜੀ ਪ੍ਰਾਈਵੇਟ ਸਕੂਲਾਂ ਨੂੰ। ਉਹ ਕਿਉਂ ਹੋ ਰਿਹਾ ਜੀ? ਬਾਕੀ 70% ਜਨਤਾ ਵਿਹਲੀ ਰਹੇਗੀ ਔਰ ਸਕੂਲ 70% ਦੇ ਹਿਸਾਬ ਨਾਲ ਆਪਣਾ ਕਰੋੜਾਂ ਰੁਪਈਆ ਕਮਾਉਣਗੇ। ਇਹ ਇਨਸਾਫ ਦੀ ਗੱਲ ਹੈ ਜੀ। ਆਪਾਂ ਇਹ ਮੰਗ ਪੱਤਰ ਅੱਜ ਐਸਡੀਐਮ ਸਾਹਿਬ ਨੂੰ ਦੇਣ ਆਏ ਆ। ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਇਹੀ ਮੰਗ ਪੱਤਰ ਅਸੀਂ ਆਪਣੇ ਹਲਕੇ ਦੇ ਐਮਐਲਏ ਨੂੰ ਵੀ ਦੇਵਾਂਗੇ ਜੀ, ਆਪਣੇ ਹਲਕੇ ਦੇ ਸੰਸਦ ਨੂੰ ਵੀ ਦੇਵਾਂਗੇ। ਦੇਖੋ ਪ੍ਰੋਬਲਮ ਇਹ ਹੈਗੀ ਕਿ ਮੈਂ ਸਿਰਫ ਆਪਣੇ ਬੱਚਿਆਂ ਲਈ ਨਹੀਂ ਆਇਆ, ਮੈਂ ਮਤਲਬ ਸ਼ਹਿਰ ਦੇ ਸਾਰੇ ਬੱਚਿਆਂ ਲਈ ਆਇਆ ਜਿਹੜੇ ਪੇਰੈਂਟਸ ਪ੍ਰੋਬਲਮ ਫੇਸ ਕਰ ਰਹੇ ਹੈਗੇ। ਪ੍ਰੋਬਲਮ ਇਹ ਹੈ ਕਿ ਸਕੂਲਾਂ ਦੁਆਰਾ ਸਿਰਫ ਹੋਮਵਰਕ ਭੇਜਿਆ ਜਾ ਰਿਹਾ, ਦੇ ਆਰ ਨਾਟ ਪ੍ਰੋਪਰਲੀ ਗਾਈਡਿੰਗ ਸਟੂਡੈਂਟਸ ਹਾਊ ਟੂ ਸੋਲਵ ਦ ਸਮਸ ਐਂਡ ਆਲ, ਰਾਈਟ। ਸਾਰੇ ਪੇਰੈਂਟਸ ਆਪਣਾ ਸਾਰਾ ਕੰਮ ਕਰ ਰਹੇ ਹੈਗੇ ਆ ਕਿ ਸਿਰਫ ਸਕੂਲ ਦਾ ਕੰਮ ਭੇਜ ਕੇ ਪੂਰੀ ਫੀਸ ਚਾਰਜ ਕਰਨੀ, ਇਹ ਕਿੱਥੋਂ ਦਾ ਨਿਆਂ ਹੈ? ਪਹਿਲੇ ਤਾਂ ਇਹ ਦੱਸਿਆ ਜਾ ਸਾਨੂੰ ਇੰਨਾ ਪਤਾ ਕਿ ਅਸੀਂ ਵੀ ਸਕੂਲਾਂ 'ਚ ਪੜ੍ਹੇ ਆ ਕਿ 5ਵੀਂ ਤੋਂ ਜਦੋਂ 6ਵੀਂ 'ਚ ਬੱਚਾ ਪ੍ਰਮੋਟ ਹੁੰਦਾ ਕਿ ਉਹਨੂੰ ਹਰ ਇੱਕ ਚੀਜ਼ ਦੀ ਗਾਈਡੈਂਸ ਦੀ ਲੋੜ ਹੁੰਦੀ ਆ, ਬੇਸਿਕ ਸਕਿੱਲਸ, ਬੇਸਿਕ ਐਗਜ਼ਾਮਪਲਸ। ਔਰ ਜਿੱਦਾਂ ਮੈਥ ਦੀ ਮੈਂ ਐਗਜ਼ਾਮਪਲ ਦਿੰਦਾ ਕਿ ਮੈਥ ਦੇ ਸਿਰਫ ਉਹ ਭੇਜ ਦਿੰਦੇ ਕਿ ਆਹ ਚੈਪਟਰ ਕੰਪਲੀਟ ਕਰ ਲਓ, ਬੱਚਾ ਕਿੱਦਾਂ ਕਰੂਗਾ? ਅਸੀਂ ਕਰਾ ਦਾਂਗੇ, ਵੀ ਆਰ ਕੁਆਲੀਫਾਈਡ, ਵੀ ਕੈਨ ਹੈਲਪ ਆਵਰ ਚਿਲਡਰਨ, ਰਾਈਟ। ਦੂਸਰੇ ਪੇਰੈਂਟਸ ਕੀ ਕਰਨਗੇ ਜਿਹੜੇ ਕਿ ਟਿਊਸ਼ਨ ਦੇ ਉੱਪਰ ਡਿਪੈਂਡ ਹੈ, ਉਹ ਕੀ ਕਰਨਗੇ? ਹੁਣ ਮੇਰੀ ਬੇਟੀ ਮੰਨ ਲਓ 6th ਵਿੱਚ ਪ੍ਰਮੋਟ ਹੋਈ ਹੈ, 5th ਵਿੱਚ ਉਹਨੇ ਮੈਥਸ ਪੜ੍ਹਿਆ, ਰਾਈਟ, ਤੇ 6th ਵਿੱਚ ਉਹਨੂੰ ਨਾ ਉਹਨੇ ਫਾਰਮੂਲਾਸ ਪਤਾ ਆ, ਕੁਝ ਐਕਸਰਸਾਈਜ਼ਸ ਦੇ, ਉਹ ਕਿੱਦਾਂ ਕਰੂਗੀ? ਨਾ ਉਹ ਕੁਝ ਕਰਵਾ ਰਹੇ ਆ। ਸਾਇੰਸ ਉਹਨੂੰ ਹੁਣ ਪਈ ਹੈਗੀ ਆ ਕਿ ਕੈਮਿਸਟਰੀ, ਬਾਇਓਲੋਜੀ ਐਂਡ ਫਿਜ਼ਿਕਸ, ਓਕੇ, ਤੇ ਉਹ ਕਿੱਦਾਂ ਮੈਨੇਜ ਕਰੂਗੀ ਚੀਜ਼ਾਂ ਨੂੰ? ਮਤਲਬ ਜਦੋਂ ਕਲਾਸ 'ਚ ਬੰਦਾ ਪ੍ਰਮੋਟ ਹੁੰਦਾ ਉਹਨੂੰ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਚਾਹੀਦੀਆਂ ਹੈਗੀਆਂ। ਸਿੰਪਲੀ ਆਪਣਾ ਰਿਸਪੌਂਸਿਬਿਲਿਟੀ ਖਤਮ ਕਰ ਰਹੇ ਆ, ਦੇ ਆਰ ਸੈਂਡਿੰਗ ਹੋਮਵਰਕ ਐਂਡ ਮੈਨੂੰ ਨਹੀਂ ਪਤਾ ਕਿ ਕਿਸ ਹੱਕ ਨਾਲ ਉਹ ਫੀਸ ਮੰਗ ਰਹੇ ਹੈਗੇ ਆ। ਠੀਕ ਆ, ਅਸੀਂ ਕੁਝ ਹੱਦ ਤੱਕ ਉਹਨਾਂ ਨਾਲ ਕੰਪਰੋਮਾਈਜ਼ ਕਰਨ ਲਈ ਰੈਡੀ ਆ, ਬਿਕੋਜ਼ ਠੀਕ ਹੈ ਇੱਕ ਸਕੂਲ ਆ ਕਿ ਬੰਦ ਵੀ ਨਹੀਂ ਹੋਣੇ ਚਾਹੀਦੇ, ਕਿ ਉਹਨਾਂ ਨੂੰ ਵੀ ਰਾਈਟ ਉਹਨਾਂ ਦੇ ਬੇਸਿਕ ਨੈਸੈਸਿਟੀਜ਼ ਹੈਗੀਆਂ, ਜਿਵੇਂ ਕਿ ਟੀਚਰਸ ਹੈਗੇ ਆ ਉਹ ਪੂਰੀ ਡਿਪੈਂਡੈਂਟ ਹੈ ਸਕੂਲਸ ਦੇ ਉੱਪਰ। ਬਟ ਐਕਚੁਅਲੀ ਇਹ ਸਮਝ ਨਹੀਂ ਆਇਆ ਕਿ ਸਿਰਫ ਇੱਕ ਹੋਮਵਰਕ ਭੇਜ ਕੇ, ਉਹ ਤਾਂ ਸਾਡੇ ਕੋਲ ਸਿਲੇਬਸ ਹੈ ਆਲਰੇਡੀ ਜਿਹੜਾ ਕਿ ਬੁੱਕਸ ਨਾਲ ਕੀਤਾ, ਉਹ ਤਾਂ ਅਸੀਂ ਘਰ ਬੈਠ ਕੇ ਵੀ ਪੜ੍ਹਾ ਸਕਦੇ ਬੱਚਿਆਂ ਨੂੰ ਸਿਲੇਬਸ ਵਾਈਜ਼। ਉਹ ਤੇ ਉਹਨਾਂ ਨੂੰ ਚੈਪਟਰ ਭੇਜਣ ਦੀ ਵੀ ਲੋੜ ਹੈ ਨਹੀਂ। ਸਿਰਫ ਇੱਕ ਇਹੀ ਕੁਐਸਚਨ ਹੈ ਕਿ ਓਨਲੀ ਬਾਈ ਸੈਂਡਿੰਗ ਦ ਹੋਮਵਰਕ ਹਾਊ ਦੇ ਕੈਨ ਆਸਕ ਅਸ ਫॉर द ਫੀਸ। ਦਿਸ ਇਜ਼ ਮਾਈ ਕੁਐਸਚਨ। ਇਹ ਆਪਾਂ ਗੱਲ ਕਰੀਏ ਵੀ ਜਿੱਦਾਂ ਬੋਰਡ ਦੀਆਂ ਕਲਾਸਾਂ ਹੈਗੀਆਂ, 10th ਹੈਗੀ ਹੈ ਜਾਂ +2 ਹੈਗੀ, ਉਹਨਾਂ ਤੇ ਕੀ ਫਰਕ ਪਏਗਾ? ਦੇਖੋ ਫਰਕ ਤਾਂ ਪੈਂਦਾ ਹੀ ਹੈ, ਰਾਈਟ। ਹੁਣ ਦੇਖੋ ਬੋਰਡ ਦਾ ਐਗਜ਼ਾਮ ਹੈ, ਅੱਗੋਂ ਪਤਾ ਨਹੀਂ ਇਹਨਾਂ ਐਗਜ਼ਾਮ ਕਦੋਂ ਕਹਿ ਦੇਣਾ ਜੀ ਐਗਜ਼ਾਮ ਦੇਣੇ, ਬੱਚੇ ਦੀ ਤਿਆਰੀ ਨਹੀਂ ਹੋਏਗੀ। ਟੀਚਰ ਕੋਲੋਂ ਕੁਝ ਸਿੱਖਣਗੇ ਤਾਂ ਐਗਜ਼ਾਮ ਦੇਣਗੇ। ਮੈਂ ਖੁਦ ਟੀਚਰ ਹੈ, ਮੈਂ ਇੰਗਲਿਸ਼ ਪੜ੍ਹਾਉਂਦਾ, ਠੀਕ ਹੈ। ਅਸੀਂ ਕੁਝ ਬੱਚੇ ਨੂੰ ਸਿਖਾਵਾਂਗੇ ਤਾਂ ਬੱਚਾ ਸਿੱਖੇਗਾ, ਬਿਨਾਂ ਸਿੱਖੇ ਕਿੱਦਾਂ ਐਗਜ਼ਾਮ ਦੇ ਵਿੱਚ ਉਹ ਕਲੀਅਰ ਹੋ ਜਾਏਗਾ? ਠੀਕ ਹੈ। ਸਿਰਫ ਇੱਕ ਐਪ ਬਣਾਈ ਹੋਈ ਹੈ ਸਕੂਲਾਂ ਨੇ, ਉਹਦੇ ਵਿੱਚ ਆਪਣਾ ਹੋਮਵਰਕ ਦਿੰਦੇ ਆ ਜੀ, ਆਹ ਚੈਪਟਰ ਫਲਾਣਾ ਚੈਪਟਰ ਕਰ ਲਓ। ਬੱਚਾ ਕਿੱਦਾਂ ਕਰੂਗਾ? ਇਟ ਇਜ਼ ਸਿੰਪਲੀ ਅ ਕ੍ਰੈਮਿੰਗ ਐਂਡ ਰੋਟਿੰਗ ਕ੍ਰੈਮਿੰਗ ਤੋਂ ਇਲਾਵਾ ਕੁਝ ਨਹੀਂ ਹੈਗਾ। ਬੱਚੇ ਕੁਝ ਨਹੀਂ ਸਿੱਖ ਰਹੇ ਔਰ ਪਤਾ ਨਹੀਂ ਕਿਹਦੇ ਇਨਫਲੂਐਂਸ ਦੇ ਪਿੱਛੇ ਹੁਣ ਅਗੇਨ ਲਾਈਕ ਫੀਸ ਚਾਰਜ ਕਰਨ ਦੇ ਪਿੱਛੇ ਆ ਗਏ ਆ। ਔਰ 70% ਮੈਨੂੰ ਨਹੀਂ ਲੱਗਦਾ ਕਿ 70% ਚਾਰਜ ਕੀਤਾ, ਕਿਉਂਕਿ ਜੇ ਪਿਛਲੀ ਫੀਸ ਦੇ ਹਿਸਾਬ ਨਾਲ ਦੇਖੀਏ, ਪਿਛਲੀ ਫੀਸ ਦੇ ਹਿਸਾਬ ਨਾਲ ਅਸੀਂ 70% ਕੱਢੀ, 70% ਨਹੀਂ ਬਣ ਰਿਹਾ। ਦੇ ਆਰ ਚਾਰਜਿੰਗ, ਆਈ ਡੋਨਟ ਨੋ ਹਾਊ ਦੇ ਆਰ ਸਰ ਚਾਰਜਿੰਗ। ਜਦੋਂ ਲਾਕਡਾਊਨ ਲੱਗਾ ਸਰਕਾਰ ਨੇ ਕਿਹਾ ਵੀ ਫੀਸ ਨਹੀਂ ਲਈ ਜਾਏਗੀ ਸਕੂਲਾਂ ਨੂੰ। ਹਾਂ, ਉਹ ਤੇ ਸਾਰਿਆਂ ਦੇ ਕੁਐਸਚਨ 'ਚ ਹੈ ਨਾ। ਦੇਖੋ ਉਹਦੇ ਹਰ ਕਿਸੇ ਦੇ ਜ਼ਿਹਨ ਵਿੱਚ ਇਹ ਗੱਲ ਹੈਗੀ ਹੈ। ਪਹਿਲੇ ਕਿਹਾ ਗਿਆ ਕਿ ਕੋਈ ਫੀਸ ਨਹੀਂ ਲਈ ਜਾਊਗੀ, ਅਨਨੈਸੈਸਰੀ ਭਾਰ ਨਹੀਂ ਪਾਣਾ, ਠੀਕ ਹੈ, ਪੇਰੈਂਟਸ ਦੇ ਉੱਪਰ। ਪਰ ਹੁਣ ਕਿਹਾ ਰਿਹਾ ਕਿ 70% ਜਿਹੜੀ ਫੀਸ ਹੈ ਉਹ ਚਾਰਜ ਕੀਤੀ ਜਾਏਗੀ, ਮਗਰ ਕਿਸੇ ਵੀ ਕੈਲਕੂਲੇਸ਼ਨ ਦੇ ਵਿੱਚ ਜੋ ਫੀਸ ਦਾ ਜੋ ਵੀ ਉਹਨਾਂ ਨੇ ਭੇਜਿਆ ਹੈਗਾ, ਜੋ ਅਮਾਊਂਟ ਭੇਜੀ ਉਹ 70% ਦੇ ਹਿਸਾਬ ਨਾਲ, ਉਹ ਕਿਸੇ ਪਾਸੋਂ ਵੀ 70% ਦੇ ਹਿਸਾਬ ਨਾਲ ਉਹ ਅਮਾਊਂਟ ਨਹੀਂ ਹੈ। ਹਾਂਜੀ, ਅਸੀਂ ਫੀਸਾਂ ਨੂੰ ਲੈ ਕੇ ਥੋੜਾ ਜਿਹਾ ਆ ਕਿ ਅਸੀਂ ਘਰਾਂ 'ਚ ਕੰਮ ਕਰਦੇ ਹਾਂ, ਠੀਕ ਹੈ, ਤੇ ਘਰਦਿਆਂ ਤੋਂ ਕੰਮ ਨਹੀਂ ਹੈਗੇ। ਫੀਸਾਂ ਵਾਲੇ ਸਕੂਲਾਂ ਵਾਲੇ ਸਾਨੂੰ ਫੀਸਾਂ ਤੋਂ ਪਰੇਸ਼ਾਨ ਕਰਦੇ ਆ। ਇਸ ਕਰਕੇ ਅਸੀਂ ਚਾਹੁੰਦੇ ਕਿ ਸਾਨੂੰ ਫੀਸ ਜਿਹੜੀ ਹੈ ਬੱਚੇ ਦੀ ਨਾ ਦੇ, ਕਿਉਂਕਿ ਕਈ ਪੇਰੈਂਟਸ ਨਹੀਂ ਪੜ੍ਹੇ ਲਿਖੇ ਹੈਗੇ ਕਿ ਉਹ ਨਹੀਂ ਪੜ੍ਹਾ ਰਹੇ ਬੱਚਿਆਂ ਨੂੰ, ਪਰ ਉਹਨਾਂ ਨੂੰ ਵੀ ਫੀਸਾਂ ਦਾ ਜਾ ਰਿਹਾ, ਉਹ ਬਹੁਤ ਹੀ ਜ਼ਿਆਦਾ ਦੁਖੀ ਹੈ। ਕਿਹੜੇ ਸਕੂਲ ਵਿੱਚ? ਇਹ ਇਸ ਤਰ੍ਹਾਂ ਹੈਗੀ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਕਰੋਨਾ ਕਰਕੇ ਸਾਰੇ ਪੇਰੈਂਟਸ ਤਕਰੀਬਨ ਘਰਾਂ ਵਿੱਚ ਹੀ ਬੈਠੇ ਆ 2-2 3-3 ਮਹੀਨਿਆਂ ਤੋਂ, ਤੇ ਕਿਤੇ ਨਾ ਕਿਤੇ ਜਿੱਥੇ ਕਰੋਨਾ ਨੇ ਹਰੇਕ ਥਾਂ ਮਾਰ ਮਾਰੀ ਆ, ਤੇ ਬੱਚਿਆਂ ਦੀ ਪੜ੍ਹਾਈ 'ਤੇ ਵੀ ਇਹਦਾ ਅਸਰ ਪਿਆ ਹੈ। ਭਾਵੇਂ ਸਕੂਲਾਂ ਕਾਲਜਾਂ ਨੇ ਆਨਲਾਈਨ ਸਿਸਟਮ ਸ਼ੁਰੂ ਕੀਤਾ ਹੋਇਆ, ਪਰ ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਆਨਲਾਈਨ ਵਿੱਚ ਵੀ। ਇੱਕ ਚੀਜ਼ ਮੈਂ ਹੋਰ ਕਲੀਅਰ ਇੱਥੇ ਕਰਨਾ ਚਾਹਾਂਗਾ ਕਿ ਕਈ ਮਾਪੇ ਕਨਫਿਊਜ਼ ਆ ਕਿ ਆਨਲਾਈਨ ਸਟੱਡੀ ਹੈ ਕਿਹੜੀ। ਆਨਲਾਈਨ ਸਟੱਡੀ ਜਿਹੜੀ ਇੱਕ ਅਧਿਆਪਕ ਆਨਲਾਈਨ ਹੋ ਕੇ ਤੁਹਾਨੂੰ ਬੱਚੇ ਨੂੰ ਦਿਸ ਰਿਹਾ ਪੜ੍ਹਾਉਂਦਾ, ਉਹਨੂੰ ਆਨਲਾਈਨ ਸਟੱਡੀ ਕਿਹਾ ਜਾਂਦਾ। ਇੱਕ ਜਿਹੜੇ ਪਾਈ ਜਾਂਦੇ ਨੇ ਕਿ ਟੀਚਰਸ ਨੇ ਸਿਲੇਬਸ ਦੇਖਿਆ ਆ ਤੇ WhatsApp ਤੇ ਪਾ ਦਿੱਤਾ ਆ, ਤੇ ਉੱਥੋਂ ਫਿਰ ਕੀ ਹੈ ਕਿ ਪੇਰੈਂਟਸ 'ਤੇ ਭਾਰ ਜ਼ਿਆਦਾ ਪੈ ਰਿਹਾ ਉਸ ਚੀਜ਼ ਦਾ। ਪੇਰੈਂਟਸ ਪੜ੍ਹਾ ਰਹੇ ਨੇ, ਕਹਿਣ ਦਾ ਮਤਲਬ ਇਹ ਆ, ਕਿਉਂਕਿ ਸਿਲੇਬਸ ਤਾਂ ਅੱਜ ਕੱਲ੍ਹ ਹਰੇਕ ਕਲਾਸ ਦੇ ਨਾਲ ਉਹਦੀਆਂ ਜੇ ਬੁੱਕਸ ਲੈਂਦੇ ਆਪਾਂ ਉਦੋਂ ਮਿਲਦਾ ਹੈ,
ਪਰ ਜਦੋਂ ਉਹ ਸਿਲੇਬਸ, ਇਹਦਾ ਮਤਲਬ ਇਹ ਆ ਕਿ ਪੇਰੈਂਟਸ ਸਿਲੇਬਸ ਲੈ ਕੇ ਖੁਦ ਵੀ ਪੜ੍ਹਾ ਸਕਦੇ। ਕੋਈ ਇੰਨਾ ਜਿਹੜਾ ਬੱਚਾ ਪ੍ਰਾਈਵੇਟ ਸਕੂਲ 'ਚ ਮਾਂ-ਬਾਪ ਆਪਣਾ ਬੱਚਾ ਪੜ੍ਹਾ ਰਿਹਾ, ਉਹ ਇੰਨਾ ਅਵੇਅਰ ਹੈਗਾ ਆ ਕਿ ਉਹ ਸਿਲੇਬਸ ਲੈ ਕੇ ਆਪੋ ਵੀ ਬੱਚੇ ਨੂੰ ਪੜ੍ਹਾ ਸਕਦਾ। ਠੀਕ ਹੈ ਜੀ। ਸੋ ਇਹ ਇੱਕ ਆਨਲਾਈਨ ਦਾ ਡਿਫਰੈਂਸ ਜ਼ਰੂਰ ਸਮਝਣ ਮਾਪੇ। ਦੂਜੇ ਨੰਬਰ ਤੇ ਮੈਂ ਜੇ ਗੱਲ ਕਰਾਂ ਕਿ ਆਪਾਂ ਬੁੱਕਸ ਲੈਣ ਗਏ ਸੀਗੇ ਤੇ ਬੁੱਕਸ ਮਿਲਦੀ ਪਹਿਲੀ ਗੱਲ ਇੱਕ ਸ਼ਾਪ ਤੋਂ ਹੀ ਆ। ਠੀਕ ਹੈ ਜੀ। ਔਰ ਉਸ ਸ਼ਾਪ ਤੇ ਜਾ ਕੇ ਜਦੋਂ ਕਹਿੰਦੇ ਆਪਾਂ ਬੁੱਕਸ ਲੈਣੇ ਤਾਂ ਉਹ ਬੁੱਕਸ ਦੇ ਨਾਲ ਜਿਹੜੀਆਂ 16 ਕਾਪੀਆਂ ਦਾ ਸੈੱਟ ਬਣਾਇਆ ਹੋਇਆ ਉਹਨਾਂ ਨੇ, ਹੋਰ ਉਹਦੇ ਨਾਲ ਜਿਮੈਟਰੀ ਸਕੋਰ ਉਹਨਾਂ ਨੇ ਨਾਲ ਰੈਪਸ ਵਗੈਰਾ ਜਿਹੜੇ ਆ ਉਹ ਇੱਕ ਸੈੱਟ ਬਣਾਇਆ ਹੋਇਆ ਪ੍ਰੋਪਰ। ਔਰ ਜੇ ਆਪਾਂ ਕਹੀਏ ਜਾ ਕੇ ਵੀ ਆਪਾਂ ਕੱਲੀਆਂ ਬੁੱਕਸ ਲੈਣੀਆਂ ਤਾਂ ਕਹਿੰਦੇ ਕੱਲੀਆਂ ਬੁੱਕਸ ਨਹੀਂ ਮਿਲਣੀਆਂ ਹੈਗੀਆਂ, ਤੁਹਾਨੂੰ ਇਹ ਪੂਰਾ ਜਿਹੜਾ ਕਾਪੀਆਂ ਦਾ ਸੈੱਟ ਵੀ ਲੈਣਾ ਪੈਣਾ। ਹੁਣ ਜੇ ਗੱਲ ਕਰੀਏ, ਹੁਣ 16 ਕਾਪੀਆਂ ਕੋਈ ਨਹੀਂ ਪੇਰੈਂਟਸ ਲੈ ਸਕਦੇ, ਕੋਈ 2 4 5 ਕਾਪੀਆਂ ਕਿਸੇ ਨਾਲ ਲੈਣੀਆਂ ਹੋਣ, ਮਤਲਬ ਕਿ ਇੱਕ ਇਹ ਵੀ ਧੱਕੇਸ਼ਾਹੀ ਦੇ ਨਾਲ ਹੀ ਮਤਲਬ ਕਿ ਕੰਪਲਸਰੀ ਕੀਤਾ ਗਿਆ ਕਿ ਤੁਸੀਂ ਬੁੱਕਸ ਦੇ ਨਾਲ ਜਿਹੜੀਆਂ ਨੋਟਸ ਬੁੱਕਾਂ ਹੋਰ ਜਿਹੜਾ ਤਾਮਝਾਮ ਨਾਲ ਦਿੰਦੇ ਆ ਉਹ ਪੂਰਾ ਤੁਹਾਨੂੰ ਪ੍ਰੋਪਰ ਲੈਣਾ ਪੈਣਾ, ਨਹੀਂ ਤਾਂ ਬੁੱਕਸ ਵੀ ਨਹੀਂ ਮਿਲਣੀਆਂ। ਸੋ ਇਹਦੇ ਵੱਲ ਜਿਹੜੀ ਆ ਸਰਕਾਰ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਆ, ਕਿਉਂਕਿ ਕਹਿਣ ਨੂੰ ਤਾਂ ਬਹੁਤ ਕੁਛ ਹੈਗਾ ਆ। ਸੋ ਮੈਂ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਇਹਨਾਂ ਵੱਲ ਜਿਹੜੇ ਮਾਪੇ ਆ ਜਿਹੜੇ ਇਹਨਾਂ ਮਾਰੂ ਨੀਤੀਆਂ ਨਾਲ ਵੱਜ ਗਏ ਆ, ਉਹਨਾਂ ਨੂੰ ਕੁਛ ਨਾ ਕੁਛ ਹੱਲ ਦਵਾਇਆ ਜਾਵੇ। ਅੱਜ ਜੀ ਸਾਡੇ ਦਸੂਹੇ ਦੇ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਜੋ ਫੀਸਾਂ ਮੰਗ ਰਹੇ ਆ ਜਾਂ ਹੋਰ ਕੋਈ ਬੱਚਿਆਂ ਨੂੰ ਆ ਰਹੀ ਪ੍ਰੋਬਲਮ ਆ ਰਹੀ ਹੈ, ਉਹਦੇ ਸੰਬੰਧ ਵਿੱਚ ਅੱਜ ਸਾਰੇ ਦਸੂਹੇ ਦੇ ਜਿੰਨੇ ਵੀ ਪੇਰੈਂਟਸ ਸੀਗੇ ਸਕੂਲਾਂ ਦੇ, ਉਹ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜੋ ਲੋਕਡਾਊਨ ਦੇ ਵਿੱਚ ਸਕੂਲ ਬੰਦ ਰਹੇ ਨੇ ਤੇ ਬੱਚਿਆਂ ਤੇ ਫੀਸਾਂ ਦਾ ਬੋਝ ਪੈ ਰਿਹਾ, ਕਈ ਜਗ੍ਹਾ ਤੇ ਕੋਈ ਕਿਤਾਬਾਂ ਵਾਲੇ ਤੰਗ ਕਰ ਰਹੇ ਨੇ, ਹੋਰ ਵੀ ਬੜੀ ਨਿੱਕੀਆਂ ਪ੍ਰੋਬਲਮਸ ਨੇ। ਇਸ ਕਰਕੇ ਅਸੀਂ ਅੱਜ ਮੰਗ ਪੱਤਰ ਦੇ ਕੇ ਆਏ ਕਿ ਕੁਛ ਨਾ ਕੁਛ ਰਿਲੀਫ ਸਰਕਾਰ ਪਾਸੋਂ ਸਾਨੂੰ ਸਕੂਲਾਂ ਨੂੰ ਦਵਾਇਆ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪੇਰੈਂਟਸ ਆ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਜ਼ਰੂਰ ਮਿਲੇ ਕਿ ਆਪਣੇ ਬੱਚੇ ਪਾਲ ਸਕਣ। ਹਰੇਕ ਪੇਰੈਂਟਸ ਬਹੁਤ ਪਰੇਸ਼ਾਨ ਆ ਤੇ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਬਾਂਹ ਫੜੀ ਜਾਵੇ। ਨਾ ਜੇ ਗੱਲ ਕਰੀਏ, ਕਈ ਪੇਰੈਂਟਸ ਨੇ ਜਿਹੜੀ ਐਡਵਾਂਸ ਹੀ ਫੀਸ ਦੇ ਦਿੱਤੀ ਆ ਸਾਰੀ, ਉਹਨਾਂ ਬਾਰੇ ਕੀ ਕਹਿਣਾ ਤੁਹਾਡਾ? ਕਈ ਜਿੱਦਾਂ ਇੱਕ ਪ੍ਰਾਈਵੇਟ ਸਕੂਲ ਦੀ ਅੱਜ ਸਲਿੱਪ ਦਿਖਾਈ ਹੈ ਕਿਸੇ ਪੇਰੈਂਟਸ ਨੇ, ਉਹਨਾਂ ਦੀ 43,000 ਫੀਸ ਬਣਦੀ ਸੀ, ਉਹਨਾਂ ਨੇ 23,000 ਫੀਸ ਜਮ੍ਹਾਂ ਵੀ ਕਰਵਾ ਦਿੱਤੀ ਹੈ ਐਨੂਅਲੀ ਜਿਹੜੀ, ਤੇ ਉਹਦੀ 20,000 ਫੀਸ ਬੈਲੈਂਸ ਰਹਿ ਗਈ ਹੈ। ਅਸੀਂ ਐਸਡੀਓ ਸਾਹਿਬ ਨੂੰ ਦਿਖਾਇਆ, ਉਹ ਵੀ ਐਸਡੀਓ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨਾਲ ਗੱਲ ਕਰਕੇ ਇਹਨੂੰ ਵੀ ਕਿਤੇ ਨਾ ਕਿਤੇ ਐਡਜਸਟ ਜ਼ਰੂਰ ਕਰਵਾਵਾਂਗੇ। ਐਡਜਸਟ ਹੋਣੀ ਵੀ ਚਾਹੀਦੀ ਆ, ਜਿਹੜੀ ਕੋਈ ਜਿੰਨੀ ਫੀਸ ਬਣਦੀ ਉਨੀ ਫੀਸ ਲੈਣ ਜਾਇਜ਼ ਤੇ ਬੱਚਿਆਂ ਨੂੰ ਪ੍ਰੋਪਰ ਸਟੱਡੀ ਵੀ ਦੇਣ। ਇਹੀ ਮੰਗ ਲੈ ਕੇ ਅਸੀਂ ਅੱਜ ਐਸਡੀਓ ਸਾਹਿਬ ਨੂੰ ਮਿਲੇ ਹਾਂ। ਕਈ ਸਕੂਲਾਂ ਵਾਲੇ ਜਿਹੜੀ ਟਿਊਸ਼ਨ ਫੀਸ ਦਾ ਨਾਮ ਲੈ ਕੇ ਪ੍ਰੋਪਰਲੀ ਸਾਰੇ ਫੀਸ ਲੈ ਰਹੇ ਆ, ਉਹ ਵੀ ਅਸੀਂ ਐਸਡੀਓ ਸਾਹਿਬ ਨਾਲ ਗੱਲ ਕਰਕੇ ਐਸਡੀਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਸਾਰੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਜਾਊਗੀ, ਬਿਲਕੁਲ ਕਲੀਅਰ ਕਰ ਦਿੱਤਾ ਜਾਵੇਗਾ ਕਿ ਟਿਊਸ਼ਨ ਫੀਸ ਜਿਹੜੀ ਬਣਦੀ ਫੀਸ ਹੈ ਉਹ ਲਈ ਜਾਵੇ, ਕੋਈ ਹੋਰ ਖਰਚਾ ਨਾ ਲਿਆ ਜਾਵੇ, ਜਿਹੜੀ ਜਾਇਜ਼ ਫੀਸ ਹੈ ਉਹ ਹੀ ਲਈ ਜਾਵੇ। 2 ਮੰਗ ਪੱਤਰ ਸਾਡੇ ਕੋਲ ਆਏ ਅੱਜ। ਇੱਕ ਮੰਗ ਪੱਤਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿਹੜੇ ਆ ਉਹਨਾਂ ਵੱਲੋਂ ਦਿੱਤਾ ਗਿਆ ਸਾਨੂੰ। ਉਹਦੇ ਵਿੱਚ ਉਹਨਾਂ ਦੀ ਡਿਮਾਂਡ ਜਿਹੜੀ ਹੈ ਕਿ ਇਲੈਕਟ੍ਰਿਸਿਟੀ ਬਿਲਸ ਜਿਹੜੇ ਆ ਖਾਸ ਤੌਰ 'ਤੇ ਗਰੀਬਾਂ ਦੇ ਮਾਫ ਕਰ ਦਿੱਤੇ ਜਾਣ। ਤੋਂ ਉਹ ਜਿਹੜੀ ਉਹਨਾਂ ਦਾ ਮੰਗ ਪੱਤਰ ਹੈ ਉਹ ਅਸੀਂ ਅਗਲੇਰੀ ਕਾਰਵਾਈ ਲਈ ਮਾਨਯੋਗ ਡੀਸੀ ਸਾਹਿਬ ਨੂੰ ਅੱਜ ਹੀ ਭੇਜ ਦੇਣਾ ਹੈ। ਸੋ ਦੂਸਰੀ ਜਿਹੜੀ ਮੰਗ ਹੈ ਉਹ ਮੰਗ ਪੱਤਰ ਦਿੱਤਾ ਹੈ ਪੇਰੈਂਟਸ ਨੇ ਇਕੱਠੇ ਹੋ ਕੇ। ਸੋ ਪੇਰੈਂਟਸ ਵੱਲੋਂ ਕੁਝ ਇਤਰਾਜ਼ ਸੀ ਵੀ ਕੁਝ ਸਕੂਲਸ ਵੱਲੋਂ ਜਿਹੜੀ ਹੈ ਟਿਊਸ਼ਨ ਫੀਸ ਤੋਂ ਜ਼ਿਆਦਾ ਪੈਸੇ ਜਿਹੜੇ ਆ ਉਹ ਲਏ ਜਾ ਰਹੇ ਆ। ਉਹ ਖੈਰ ਅਸੀਂ ਡੀਸੀ ਸਾਹਿਬ ਨੂੰ ਵੀ ਉੱਪਰ ਇਹ ਮੰਗ ਪੱਤਰ ਭੇਜ ਦੇਵਾਂਗੇ ਤਾਂ ਕਿ ਡੀਓ ਸਾਹਿਬ ਦੇ ਥਰੂ ਜਿਹੜਾ ਆ ਉਹ ਵੀ ਇੱਕ ਦੇਖ ਲੈਣ ਵੀ ਕਿਹੜੇ ਸਕੂਲ ਜਿਹੜੇ ਆ ਉਹ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਦੇ ਅਕੋਰਡਿੰਗ ਕੰਮ ਨਹੀਂ ਕਰ ਰਹੇ। ਉਸ ਤੋਂ ਇਲਾਵਾ ਕੁਝ ਸਕੂਲਸ ਦੇ ਜਿਹੜੇ ਆ ਨਾਮ ਉਹਨਾਂ ਨੇ ਅੱਜ ਪੇਰੈਂਟਸ ਨੇ ਦੱਸੇ, ਉਹਨਾਂ ਸਕੂਲਸ ਦੇ ਪ੍ਰਿੰਸੀਪਲਸ ਨੂੰ ਬੁਲਾ ਕੇ ਉਹ ਵੀ ਗੱਲ ਕਲੀਅਰ ਕਰ ਲਈ ਜਾਏਗੀ ਔਰ ਉਹਨਾਂ ਨੂੰ ਜਿਹੜੀਆਂ ਹਦਾਇਤ ਕਰ ਦਿੱਤੀ ਜਾਏਗੀ ਕਿ ਜੋ ਸਰਕਾਰੀ ਹਦਾਇਤਾਂ ਉਹਦੇ ਅਕੋਰਡਿੰਗ ਹੀ ਜਿਹੜੇ ਆ ਸਕੂਲਸ ਫੀਸ ਵਗੈਰਾ ਜਾਂ ਜੋ ਵੀ ਚਾਰਜ ਕਰਨ ਉਸ ਤੋਂ ਜ਼ਿਆਦਾ ਜਿਹੜਾ ਆ ਉਹ ਨਾ ਚਾਰਜ ਕੀਤੀ ਜਾਏ।